प्यारे बच्चों नमस्कार। मैं हाँ पूनम शर्मा। पंजाब स्कूल सिक्ख्या बोर्ड ਦੇ ਇੱਕ ਖਾਸ ਉਪਰਾਲੇ ਦੇ ਤਹਿਤ ਇੱਕ ਖਾਸ ਵਿਸ਼ੇ ਨੂੰ ਸ਼ੁਰੂ ਕੀਤਾ ਗਿਆ ਜਿਸ ਦਾ ਨਾਮ ਹੈ ਸਵਾਗਤ ਜ਼ਿੰਦਗੀ, ਵੈਲਕਮ ਲਾਈਫ। ਪਿਆਰੇ ਬੱਚਿਓ, ਇਹ ਇੱਕ ਅਜਿਹਾ ਵਿਸ਼ਾ ਹੈ ਜੋ ਤੁਹਾਡੀ ਜ਼ਿੰਦਗੀ ਨੂੰ ਜਿਉਣ ਦੇ ਤਰੀਕੇ ਨੂੰ ਪੂਰੀ ਤਰ੍ਹਾਂ ਤਬਦੀਲ ਕਰ ਦੇਵੇਗਾ। ਤੁਹਾਡੇ ਅੰਦਰ ਇੱਕ ਐਸੀ ਸਕਾਰਾਤਮਕ ਸੋਚ ਨੂੰ ਪੈਦਾ ਕਰੇਗਾ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਹਰ ਮੰਜ਼ਿਲ ਨੂੰ ਪ੍ਰਾਪਤ ਕਰ ਸਕੋਗੇ ਤੇ ਉਸ ਦੇ ਵਿੱਚ ਤੁਹਾਨੂੰ ਕੋਈ ਵੀ ਰੋਕ ਨਹੀਂ ਸਕੇਗਾ। ਪਿਆਰੇ ਬੱਚਿਓ, ਮੈਂ ਇੱਥੇ ਇੱਕ ਗੱਲ ਆਖਣਾ ਚਾਹੁੰਦੀ ਹਾਂ ਕਿ ਜਦੋਂ ਅਸੀਂ ਕਿਸੇ ਮੰਜ਼ਿਲ ਨੂੰ ਤੈਅ ਕਰਦੇ ਹਾਂ ਤਾਂ ਉਸ ਮੰਜ਼ਿਲ ਤੱਕ ਪਹੁੰਚਣਾ ਜਾਂ ਨਾ ਪਹੁੰਚਣਾ ਸਾਡੇ ਆਪਣੇ ਹੱਥ ਵੱਸ ਹੁੰਦਾ ਹੈ। ਅਸੀਂ ਇਸ ਦੇ ਲਈ ਕਿਸੇ ਦੂਜੇ ਵਿਅਕਤੀ ਨੂੰ ਕਸੂਰਵਾਰ ਕਦੇ ਨਹੀਂ ਠਹਿਰਾ ਸਕਦੇ। ਜੇਕਰ ਸਾਨੂੰ ਸਾਡੀ ਮੰਜ਼ਿਲ ਨਹੀਂ ਮਿਲੀ ਤਾਂ ਇਸ ਦਾ ਅਰਥ ਇਹ ਹੋਇਆ ਕਿ ਸਾਡੀ ਇੱਛਾ ਸ਼ਕਤੀ ਉਨੀ ਦ੍ਰਿੜ ਨਹੀਂ ਸੀ ਜਿੰਨੀ ਕਿ ਹੋਣੀ ਚਾਹੀਦੀ ਸੀ। ਪਿਆਰੇ ਬੱਚਿਓ, ਇਸ ਲੜੀ ਦੇ ਤਹਿਤ ਅੱਜ ਮੈਂ ਤੁਹਾਨੂੰ 12ਵੀਂ ਸ਼੍ਰੇਣੀ ਦਾ ਪਾਠ ਨੰਬਰ 6 ਪੜ੍ਹਾਉਣ ਜਾ ਰਹੀ ਹਾਂ ਜਿਸ ਦਾ ਨਾਮ ਹੈ ਸਿਹਤਵਰਧਕ ਕਿਸ਼ੋਰ ਉਮਰ ਨਾਲ ਸੰਬੰਧਿਤ ਕਦਰਾਂ ਕੀਮਤਾਂ। ਇਸ ਪਾਠ ਦੇ ਅਧੀਨ ਜੋ ਉਪ ਵਿਸ਼ਾ ਅੱਜ ਅਸੀਂ ਪੜ੍ਹਨ ਜਾ ਰਹੇ ਹਾਂ ਉਸ ਦਾ ਸਿਰਲੇਖ ਹੈ ਗੁੱਸੇ ਅਤੇ ਤਣਾਅ ਨੂੰ ਦੂਰ ਕਰਨ ਦੀ ਸਮਝ ਅਤੇ ਖੁਸ਼ਹਾਲ ਜੀਵਨ ਜਾਂਚ। ਬੱਚਿਓ, ਮਨੁੱਖੀ ਜੀਵਨ ਵੱਖਰੇ ਵੱਖਰੇ ਪੜਾਵਾਂ ਵਿੱਚ ਦੀ ਗੁਜ਼ਰਦਾ ਹੈ। ਸਭ ਤੋਂ ਪਹਿਲਾਂ ਅਸੀਂ ਆਪਣੀ ਬਚਪਨ ਦੀ ਅਵਸਥਾ ਨੂੰ ਭੋਗਦੇ ਹਾਂ, ਇੱਕ ਅਜਿਹਾ ਸਮਾਂ ਜਦੋਂ ਅਸੀਂ ਪੂਰਨ ਆਨੰਦ ਵਿੱਚ ਹੁੰਦੇ ਹਾਂ। ਸਾਨੂੰ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਮਾਨਸਿਕ ਤਣਾਅ ਨਹੀਂ ਹੁੰਦਾ ਕਿਉਂਕਿ ਇਸ ਦਾ ਕਾਰਨ ਇਹ ਹੈ ਅਸੀਂ ਇਸੇ ਪਲ ਦੇ ਵਿੱਚ ਜਿਉਣਾ ਜਾਣਦੇ ਹਾਂ। ਨਾ ਸਾਨੂੰ ਬੀਤ ਚੁੱਕੇ ਸਮੇਂ ਦਾ ਪਤਾ ਹੁੰਦਾ ਹੈ ਤੇ ਨਾ ਹੀ ਅਸੀਂ ਭਵਿੱਖ ਬਾਰੇ ਕੁਝ ਸੋਚਦੇ ਹਾਂ। ਪਰੰਤੂ ਜਿਉਂ-ਜਿਉਂ ਅਸੀਂ ਬਚਪਨ ਤੋਂ ਕਿਸ਼ੋਰ ਅਵਸਥਾ ਦੇ ਵਿੱਚ ਜਾਂਦੇ ਹਾਂ ਤਾਂ ਸਾਡੇ ਮਨ ਦੇ ਵਿੱਚ ਬਹੁਤ ਸਾਰੇ ਸਵਾਲ ਪੈਦਾ ਹੋਣ ਲੱਗ ਜਾਂਦੇ ਹਨ। ਸਰੀਰਕ ਤਬਦੀਲੀਆਂ ਦੇ ਨਾਲ-ਨਾਲ ਮਾਨਸਿਕ ਤਬਦੀਲੀਆਂ ਵੀ ਆਉਂਦੀਆਂ ਨੇ। ਬਹੁਤ ਸਾਰੇ ਸਵਾਲਾਂ ਦਾ ਪੈਦਾ ਹੋਣਾ ਕਈ ਵਾਰ ਮਾਨਸਿਕ ਤਣਾਅ ਦਾ ਕਾਰਨ ਵੀ ਬਣ ਜਾਂਦਾ ਹੈ ਜੇਕਰ ਉਹਨਾਂ ਪ੍ਰਸ਼ਨਾਂ ਦੇ ਉੱਤਰ ਸਾਨੂੰ ਨਾ ਮਿਲਣ ਅਤੇ ਇਹ ਮਾਨਸਿਕ ਤਣਾਅ ਕ੍ਰੋਧ ਜਾਂ ਈਰਖਾ ਦਾ ਰੂਪ ਵੀ ਲੈ ਲੈਂਦਾ ਹੈ। ਤਾਂ ਬੱਚਿਓ, ਅੱਜ ਇਸ ਪਾਠ ਦੇ ਦੌਰਾਨ ਅਸੀਂ ਪੜ੍ਹਾਂਗੇ ਈਰਖਾ, ਦੁਵੇਸ਼ ਅਤੇ ਮਾਨਸਿਕ ਤਣਾਅ ਤੋਂ ਅਸੀਂ ਮੁਕਤ ਕਿਵੇਂ ਰਹਿਣਾ ਹੈ। ਬੱਚਿਓ, ਕਿਸ਼ੋਰ ਅਵਸਥਾ ਦਾ ਸਮਾਂ ਬੜਾ ਹੀ ਚੁਣੌਤੀਪੂਰਨ ਹੁੰਦਾ ਹੈ। ਸਾਡੇ ਸਾਹਮਣੇ ਕਈ ਵਾਰ ਬਹੁਤ ਸਾਰੀਆਂ ਸਮੱਸਿਆਵਾਂ ਆ ਕੇ ਖੜੀਆਂ ਹੋ ਜਾਂਦੀਆਂ ਨੇ ਤੇ ਅਸੀਂ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਜਾਂਦੇ ਹਾਂ। ਮਾਨਸਿਕ ਤਣਾਅ ਹੋਣ ਕਰਕੇ ਅਸੀਂ ਕਈ ਵਾਰ ਆਪਣੇ ਜੀਵਨ ਦੇ ਵਿੱਚ ਗਲਤ ਫੈਸਲੇ ਵੀ ਲੈ ਲੈਂਦੇ ਹਾਂ। ਸੋ ਬੱਚਿਓ, ਇਸ ਸਮੇਂ ਦੇ ਦੌਰਾਨ ਜ਼ਰੂਰਤ ਹੈ ਤੁਹਾਡੇ ਸ਼ਾਂਤ ਰਹਿਣ ਦੀ, ਮਾਨਸਿਕ ਤਣਾਅ ਤੋਂ ਮੁਕਤ ਰਹਿ ਕੇ ਫੈਸਲੇ ਲੈਣ ਦੀ। ਤਾਂ ਇਹਨਾਂ ਹੀ ਗੱਲਾਂ ਦੀ ਚਰਚਾ ਅੱਜ ਅਸੀਂ ਇਸ ਪਾਠ ਵਿੱਚ ਕਰਾਂਗੇ ਤੇ ਸਭ ਤੋਂ ਪਹਿਲਾਂ ਜਾਣਦੇ ਹਾਂ ਇਸ ਪਾਠ ਨੂੰ ਪੜ੍ਹਨ ਦੇ ਉਦੇਸ਼ਾਂ ਬਾਰੇ। ਪਹਿਲਾ ਉਦੇਸ਼ ਹੈ ਜ਼ਿੰਮੇਵਾਰੀਆਂ ਦੇ ਅਹਿਸਾਸ ਨਾਲ ਕਿਸ਼ੋਰ ਉਮਰ ਵਿੱਚ ਤਣਾਅ ਜਾਂ ਚਿੰਤਾਵਾਂ ਦੇ ਕਾਰਨਾਂ ਨੂੰ ਸਮਝਣਾ। ਦੂਸਰਾ ਹੈ ਮਾਨਸਿਕ ਤਣਾਅ ਦੀ ਪ੍ਰਤੀਕਿਰਿਆ ਵਜੋਂ ਪੈਦਾ ਹੁੰਦੇ ਗੁੱਸੇ ਅਤੇ ਈਰਖਾ ਦੇ ਭਾਵਾਂ ਨੂੰ ਕਾਬੂ ਵਿੱਚ ਰੱਖਣਾ। ਤੀਸਰਾ ਮਾਨਸਿਕ ਊਰਜਾ ਅਤੇ ਚੰਗੀ ਸਿਹਤ ਉੱਤੇ ਆਧਾਰਿਤ ਖੁਸ਼ਹਾਲ ਜੀਵਨ ਜਾਂਚ। ਪਿਆਰੇ ਬੱਚਿਓ, ਤੁਹਾਨੂੰ ਇਹ ਪ੍ਰਵਾਨ ਕਰਨਾ ਚਾਹੀਦਾ ਹੈ ਕਿ ਤੁਹਾਡੇ ਤੋਂ ਬਿਹਤਰ ਹੋਰ ਕੋਈ ਨਹੀਂ ਹੈ। ਤੁਸੀਂ ਵਿਲੱਖਣ ਹੋ, ਤੁਸੀਂ ਖਾਸ ਹੋ। ਹਰ ਵਿਦਿਆਰਥੀ ਵੱਖਰੇ ਵੱਖਰੇ ਗੁਣਾਂ ਨਾਲ ਭਰਿਆ ਹੁੰਦਾ ਹੈ। ਤੁਸੀਂ ਆਪਣੇ ਆਲੇ ਦੁਆਲੇ ਨਜ਼ਰ ਦੌੜਾਓ, ਤੁਸੀਂ ਪਾਓਗੇ ਕਿ ਇੱਕ ਪੱਤੇ ਨਾਲ ਪੱਤਾ ਵੀ ਨਹੀਂ ਮਿਲਦਾ। ਇਹੀ ਕੁਦਰਤ ਦਾ ਨਿਯਮ ਹੈ। ਅਸੀਂ ਸਾਰੇ ਵੱਖੋ ਵੱਖਰੇ ਹਾਂ ਤੇ ਵੱਖਰੇ ਵੱਖਰੇ ਗੁਣਾਂ ਨਾਲ ਪਰਮਾਤਮਾ ਨੇ ਸਾਨੂੰ ਨਵਾਜ਼ਿਆ ਹੈ। ਬੱਚਿਓ, ਤੁਸੀਂ ਇਹ ਮੰਨ ਕੇ ਚੱਲੋ ਕਿ ਤੁਹਾਡੇ ਵਰਗੀ ਸ਼ਖਸੀਅਤ ਕਿਸੇ ਹੋਰ ਦੀ ਨਹੀਂ ਹੈ, ਪਰ ਇਸ ਦਾ ਅਰਥ ਇਹ ਨਹੀਂ ਹੈ ਕਿ ਤੁਸੀਂ ਕਿਸੇ ਦੂਜੇ ਨੂੰ ਨੀਵਾਂ ਦਿਖਾਉਣਾ ਹੈ। ਇਸ ਦਾ ਮਤਲਬ ਇਹ ਹੈ ਕਿ ਤੁਸੀਂ ਆਪਣੇ ਆਪ ਨੂੰ ਨਿਖਾਰਨਾ ਹੈ, ਆਪਣੀ ਮੌਲਿਕਤਾ ਨੂੰ ਅੱਗੇ ਲੈ ਕੇ ਆਉਣਾ ਹੈ, ਉਸ ਗੁਣ ਨੂੰ ਹੋਰ ਵੀ ਤਰਾਸ਼ਣਾ ਹੈ ਜਿਸ ਨਾਲ ਕੁਦਰਤ ਨੇ ਤੁਹਾਨੂੰ ਨਵਾਜ਼ਿਆ ਹੈ। ਜੇਕਰ ਅਸੀਂ ਆਪਣੇ ਸੁਪਨਿਆਂ ਨੂੰ ਪਿਆਰ ਕਰਦੇ ਹਾਂ ਤਾਂ ਅਸੀਂ ਉਮੰਗ ਅਤੇ ਉਤਸ਼ਾਹ ਦੇ ਵਿੱਚ ਰਹਿੰਦੇ ਹਾਂ ਤੇ ਸਾਨੂੰ ਬਾਹਰਲੀ ਕੋਈ ਵੀ ਸਥਿਤੀ
ਠੇਸ ਨਹੀਂ ਪਹੁੰਚਾ ਸਕਦੀ। ਬੱਚਿਓ, ਇਤਿਹਾਸ ਮਹਾਨ ਲੋਕਾਂ ਦੀਆਂ ਕਹਾਣੀਆਂ ਨਾਲ ਭਰਿਆ ਪਿਆ ਹੈ। ਤੁਸੀਂ ਵੀ ਆਪਣਾ ਨਾਮ ਇਤਿਹਾਸ ਦੇ ਵਿੱਚ ਦਰਜ ਕਰਵਾ ਸਕਦੇ ਹੋ। ਲੋੜ ਹੈ ਮਾਨਸਿਕ ਤਣਾਅ ਨੂੰ ਦੂਰ ਰੱਖਦੇ ਹੋਏ ਆਪਣੇ ਉੱਤੇ ਵਿਸ਼ਵਾਸ ਕਰਨ ਦੀ। ਹੁਣ ਆਪਾਂ ਗੱਲ ਕਰਦੇ ਹਾਂ ਫਲਾਈ ਦੇ ਸਿਧਾਂਤ ਦੀ। ਫਸਟ, ਲਵ ਯੋਰਸੈਲਫ, ਯਾਨੀ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਪਿਆਰ ਕਰਨਾ ਸਿੱਖੋ। ਜੇ ਤੁਸੀਂ ਆਪਣੇ ਆਪ ਨੂੰ ਪਿਆਰ ਕਰੋਗੇ ਤਾਂ ਤੁਹਾਡੇ ਲਈ ਬਹੁਤ ਸਾਰੇ ਰਾਹ ਖੁੱਲ੍ਹ ਜਾਣਗੇ। ਦੁਨੀਆ ਇੱਕ ਆਦਰਸ਼ ਡਰਾਮਾ ਹੈ ਤੇ ਬੱਚਿਓ, ਤੁਸੀਂ ਇਸ ਆਦਰਸ਼ ਡਰਾਮੇ ਦਾ ਇੱਕ ਖੁਸ਼ ਮਿਜਾਜ਼ ਪਾਤਰ ਬਣ ਕੇ ਜਿਉਣਾ ਹੈ। ਚਿੰਤਾ ਮੁਕਤ ਹੋ ਕੇ ਖੁਸ਼ੀਆਂ ਭਰਿਆ ਜੀਵਨ ਜਿਉਣਾ ਚਾਹੀਦਾ ਹੈ। ਖੁਦ ਵੀ ਖੁਸ਼ ਰਹੋ ਤੇ ਆਪਣੇ ਚੁਗਿਰਦੇ ਦੇ ਵਿੱਚ ਵੀ ਸਭ ਨੂੰ ਖੁਸ਼ ਰੱਖੋ। ਸਾਨੂੰ ਜ਼ਿੰਦਗੀ ਦੇ ਵਿੱਚ ਛੋਟੀਆਂ-ਮੋਟੀਆਂ ਦੁੱਖ ਤਕਲੀਫਾਂ ਤਾਂ ਆਉਂਦੀਆਂ ਹੀ ਰਹਿੰਦੀਆਂ ਨੇ, ਪਰੰਤੂ ਸਾਨੂੰ ਘਬਰਾਉਣਾ ਨਹੀਂ ਚਾਹੀਦਾ ਤੇ ਇਹਨਾਂ ਦੀ ਪਰਵਾਹ ਕੀਤੇ ਬਿਨਾਂ ਉਮੀਦ ਦਾ ਪੱਲਾ ਫੜ ਕੇ ਲਗਾਤਾਰ ਅੱਗੇ ਵਧਦੇ ਰਹਿਣਾ ਚਾਹੀਦਾ ਹੈ। ਗੁੱਸੇ ਅਤੇ ਤਣਾਅ ਦਾ ਗਹਿਰਾ ਰਿਸ਼ਤਾ ਹੁੰਦਾ ਹੈ। ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੇ ਤਣਾਅ 'ਚ ਹੁੰਦੇ ਹੋ ਤਾਂ ਤੁਹਾਨੂੰ ਗੁੱਸਾ ਆਉਂਦਾ ਹੈ। ਬੱਚਿਓ, ਇਸ ਤੋਂ ਪਹਿਲਾਂ ਕਿ ਅਸੀਂ ਇਹ ਜਾਣੀਏ ਕਿ ਗੁੱਸੇ ਅਤੇ ਤਣਾਅ ਤੇ ਕਿਵੇਂ ਕਾਬੂ ਪਾਉਣਾ ਹੈ, ਸਾਡੇ ਲਈ ਇਹ ਜਾਣ ਲੈਣਾ ਜ਼ਰੂਰੀ ਹੈ ਕਿ ਆਖਿਰ ਗੁੱਸਾ ਅਤੇ ਤਣਾਅ ਕੀ ਹਨ। ਗੁੱਸਾ ਹਰ ਕਿਸੇ ਨੂੰ ਆਉਂਦਾ ਹੈ। ਜ਼ਿਆਦਾਤਰ ਮੌਕਿਆਂ ਤੇ ਗੁੱਸਾ ਸਾਡੀ ਹਉਮੈ ਅਤੇ ਸਾਡੇ ਖੋਖਲੇਪਨ ਦੀ ਉਪਜ ਹੁੰਦਾ ਹੈ। ਗੁੱਸੇ ਦਾ ਅੰਤ ਹਮੇਸ਼ਾ ਪਛਤਾਵੇ ਵਿੱਚ ਹੀ ਹੁੰਦਾ ਹੈ। ਮਹਾਤਮਾ ਬੁੱਧ ਅਨੁਸਾਰ ਗੁੱਸਾ ਇੱਕ ਜਲਦੇ ਹੋਏ ਅੰਗਿਆਰੇ ਦੀ ਤਰ੍ਹਾਂ ਹੈ, ਜਿਸ ਨੂੰ ਅਸੀਂ ਆਪਣੇ ਹੱਥ ਤੇ ਰੱਖ ਕੇ ਕਿਸੇ ਦੂਜੇ ਦੇ ਨੁਕਸਾਨ ਦੀ ਉਮੀਦ ਕਰਦੇ ਹਾਂ, ਪਰ ਆਖਿਰ 'ਚ ਆਪਣਾ ਹੱਥ ਹੀ ਸਾੜ ਬੈਠਦੇ ਹਾਂ। ਆਓ ਬੱਚਿਓ, ਹੁਣ ਜਾਣਦੇ ਹਾਂ ਕਿ ਗੁੱਸੇ ਤੋਂ ਕਿਵੇਂ ਬਚਿਆ ਜਾ ਸਕਦਾ ਹੈ। ਡੂੰਘੇ ਸਾਹ ਲਵੋ। ਸਿਹਤ ਵਿਗਿਆਨੀਆਂ ਅਨੁਸਾਰ ਗੁੱਸਾ ਆਉਣ ਦੀ ਸਥਿਤੀ ਵਿੱਚ ਜੇਕਰ ਅਸੀਂ ਕੁਝ ਡੂੰਘੇ ਸਾਹ ਲੈਣ ਦੀ ਆਦਤ ਬਣਾ ਲਈਏ ਤਾਂ ਸਾਡਾ ਗੁੱਸਾ ਜਲਦ ਹੀ ਸ਼ਾਂਤ ਹੋ ਜਾਂਦਾ ਹੈ। ਡੂੰਘੇ ਸਾਹ ਦਿਲ ਦੀ ਧੜਕਣ ਨੂੰ ਸਥਿਰ ਕਰ ਦਿੰਦੇ ਹਨ ਅਤੇ ਦਿਮਾਗ ਤਰੋ-ਤਾਜ਼ਾ ਹੋ ਜਾਂਦਾ ਹੈ। ਠੰਡਾ ਪਾਣੀ ਪੀਵੋ। ਗੁੱਸੇ ਦੀ ਸਥਿਤੀ ਵਿੱਚ ਠੰਡਾ ਪਾਣੀ ਪੀਣ ਤੇ ਸਾਡੀਆਂ ਮਾਸਪੇਸ਼ੀਆਂ ਨਿਸਲ ਹੋ ਜਾਂਦੀਆਂ ਹਨ ਅਤੇ ਸਾਡਾ ਸਰੀਰ ਸੰਤੁਲਨ ਵਿੱਚ ਆ ਜਾਂਦਾ ਹੈ। ਗੱਲ ਨੂੰ ਭੁੱਲ ਜਾਵੋ। ਗੁੱਸੇ ਨੂੰ ਜਲਦੀ ਸ਼ਾਂਤ ਕਰਨ ਦਾ ਇੱਕ ਬਹੁਤ ਵਧੀਆ ਤਰੀਕਾ ਹੈ। ਗੁੱਸੇ ਵਾਲੀ ਗੱਲ ਨੂੰ ਭੁੱਲ ਜਾਵੋ ਅਤੇ ਕਿਸੇ ਸੁਖਦਾਈ ਗੱਲ ਨੂੰ ਯਾਦ ਕਰੋ। ਬਹਿਸ ਤੋਂ ਬਚੋ। ਬੱਚਿਓ, ਜਿੱਥੋਂ ਤੱਕ ਵੀ ਹੋ ਸਕੇ ਤਿੱਖੀ ਬਹਿਸ ਵਿੱਚ ਪੈਣ ਤੋਂ ਬਚੋ, ਕਿਉਂਕਿ ਇਹ ਕਈ ਵਾਰ ਭਿਅੰਕਰ ਗੁੱਸੇ ਨੂੰ ਜਨਮ ਦਿੰਦੀ ਹੈ। ਪਹਿਲਾਂ ਤੋਲੋ ਫਿਰ ਬੋਲੋ। ਬੱਚਿਓ, ਜੇਕਰ ਤੁਸੀਂ ਪਹਿਲਾਂ ਤੋਲੋ ਫਿਰ ਬੋਲੋ ਵਾਲੀ ਯੁਕਤੀ ਅਪਣਾ ਲਈ ਤਾਂ ਤੁਸੀਂ ਗੁੱਸਾ ਪੈਦਾ ਕਰਨ ਵਾਲੀਆਂ ਸਥਿਤੀਆਂ ਤੋਂ ਦੂਰ ਰਹਿ ਸਕਦੇ ਹੋ। ਆਓ ਹੁਣ ਜਾਣਦੇ ਹਾਂ ਕਿ ਤਣਾਅ ਕੀ ਹੈ। ਕਿਸੇ ਵੀ ਵਿਸ਼ੇਸ਼ ਹਾਲਾਤ ਦਾ ਸਾਹਮਣਾ ਕਰਦੇ ਸਮੇਂ ਤੁਹਾਡੇ ਸਰੀਰ ਅੰਦਰ ਕੁਝ ਵਿਸ਼ੇਸ਼ ਰਸਾਇਣਿਕ ਪ੍ਰਕਿਰਿਆਵਾਂ ਹੁੰਦੀਆਂ ਹਨ ਜੋ ਤੁਹਾਨੂੰ ਉਸ ਵਿਸ਼ੇਸ਼ ਹਾਲਾਤ ਨਾਲ ਨਜਿੱਠਣ ਲਈ ਤਿਆਰ ਕਰਦੀਆਂ ਹਨ। ਇਸ ਸਭ ਦੇ ਚੱਲਦਿਆਂ ਸਾਡੇ ਅੰਦਰ ਜੋ ਹਲਚਲ ਪੈਦਾ ਹੁੰਦੀ ਹੈ ਉਸ ਨੂੰ ਤਣਾਅ ਕਹਿੰਦੇ ਹਨ। ਦਿਮਾਗ ਸਰੀਰ ਵਿੱਚ ਬਹੁਤ ਸਾਰੇ ਹਾਰਮੋਨ ਭੇਜਦਾ ਹੈ, ਜਿਨ੍ਹਾਂ ਕਰਕੇ ਦਿਲ ਦੀ ਧੜਕਨ ਵੱਧ ਜਾਂਦੀ ਹੈ, ਬਲੱਡ ਪ੍ਰੈਸ਼ਰ ਵਿੱਚ ਵਧਾ ਚੜ੍ਹਾਅ ਹੁੰਦਾ ਹੈ, ਫੇਫੜੇ ਜਲਦੀ ਨਾਲ ਸੁੰਗੜਦੇ ਤੇ ਖੁੱਲਦੇ ਹਨ ਅਤੇ ਮਾਸਪੇਸ਼ੀਆਂ ਵਿੱਚ ਖਿਚਾਅ ਪੈਦਾ ਹੁੰਦਾ ਹੈ। ਜਦੋਂ ਤਣਾਅ ਦੀ ਸਥਿਤੀ ਖਤਮ ਹੋ ਜਾਂਦੀ ਹੈ ਤਾਂ ਤੁਹਾਡਾ ਸਰੀਰ ਪਹਿਲਾਂ ਵਾਂਗ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ। ਮਾਨਸਿਕ ਤਣਾਅ ਅਕਸਰ ਸਾਡੇ ਲਈ ਮੁਸ਼ਕਿਲਾਂ ਦਾ ਸਬਬ ਬਣ ਜਾਂਦਾ ਹੈ। ਇਸ ਦੇ ਚੱਲਦਿਆਂ ਅਸੀਂ ਸਹੀ ਫੈਸਲੇ ਨਹੀਂ ਲੈ ਪਾਉਂਦੇ ਅਤੇ ਆਪਣੀ ਊਰਜਾ ਦੀ ਦੁਰਵਰਤੋਂ ਕਰ ਬੈਠਦੇ ਹਾਂ। ਆਓ ਹੁਣ ਜਾਣਦੇ ਹਾਂ ਕਿ ਅਸੀਂ ਤਣਾਅ ਤੇ ਕਿਵੇਂ ਕਾਬੂ ਪਾ ਸਕਦੇ ਹਾਂ ਅਤੇ ਖੁਸ਼ਹਾਲ ਜੀਵਨ ਜੀ ਸਕਦੇ ਹਾਂ। ਅੱਜ ਬਾਰੇ ਸੋਚੋ। ਜਿਸ ਨੂੰ ਵਰਤਮਾਨ ਵਿੱਚ ਜਿਉਣ ਦੀ ਕਲਾ ਆ ਗਈ, ਉਸ ਤੋਂ ਤਣਾਅ ਕੋਹਾਂ ਦੂਰ ਰਹਿੰਦਾ ਹੈ।
ਬੇਲੋੜੀਆਂ ਉਮੀਦਾਂ ਛੱਡੋ। ਅਕਸਰ ਬੇਲੋੜੀਆਂ ਉਮੀਦਾਂ ਸਾਡੇ ਦੁੱਖਾਂ ਅਤੇ ਤਣਾਅ ਦਾ ਕਾਰਨ ਬਣਦੀਆਂ ਹਨ। ਕਾਹੜ ਅੱਗੇ ਟੋਏ। ਅਸੀਂ ਕਾਹਲੀ ਵਿੱਚ ਕਈ ਗਲਤੀਆਂ ਕਰ ਬੈਠਦੇ ਹਾਂ। ਸਮੇਂ ਦੀ ਸਦਵਰਤੋਂ ਨਾਲ ਇਹਨਾਂ ਗਲਤੀਆਂ ਤੋਂ ਬਚਿਆ ਜਾ ਸਕਦਾ ਹੈ। ਆਰਾਮ ਕਰੋ। ਚੰਗੀ ਨੀਂਦ ਅਤੇ ਧਿਆਨ ਸਦਕਾ ਅਸੀਂ ਬੇਲੋੜੇ ਤਣਾਅ ਤੇ ਕਾਬੂ ਪਾਉਣ ਵਿੱਚ ਕਾਮਯਾਬ ਹੋ ਸਕਦੇ ਹਾਂ। ਜੀਵੇ ਆਸਾ ਮਰੇ ਨਿਰਾਸਾ। ਸਕਾਰਾਤਮਕ ਅਤੇ ਸਾਰਥਕ ਸੋਚ ਖੁਸ਼ਹਾਲ ਜੀਵਨ ਜਾਂਚ ਦੀ ਸਭ ਤੋਂ ਵੱਡੀ ਕੁੰਜੀ ਹੈ। ਬੱਚਿਓ, ਤਣਾਅ ਅਤੇ ਚਿੰਤਾਵਾਂ ਨੂੰ ਲੈ ਕੇ ਬਹੁਤ ਸਾਰੇ ਸਰਵੇਖਣ ਹੋਏ ਨੇ ਤੇ ਇਹਨਾਂ ਸਰਵੇਖਣਾਂ ਦੇ ਵਿੱਚ ਇੱਕ ਚੀਜ਼ ਸਾਹਮਣੇ ਆਈ ਹੈ ਕਿ ਬਹੁਤ ਸਾਰੀਆਂ ਚਿੰਤਾਵਾਂ ਅਸੀਂ ਆਪ ਹੀ ਕੱਢ ਲੈਂਦੇ ਹਾਂ। ਤਾਂ ਆਓ ਇਹਨਾਂ ਸਰਵੇਖਣਾਂ ਤੋਂ ਪ੍ਰਾਪਤ ਹੋਏ ਅੰਕੜਿਆਂ ਦੇ ਉੱਤੇ ਇੱਕ ਨਜ਼ਰ ਮਾਰਦੇ ਹਾਂ। ਪਿਆਰੇ ਬੱਚਿਓ, ਹੁਣ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ ਕਿ 40% ਚਿੰਤਾਵਾਂ ਅਜਿਹੀਆਂ ਨੇ ਜਿਹੜੀਆਂ ਕਿ ਕਾਲਪਨਿਕ ਨੇ, ਯਾਨੀ ਇਹ ਉਹ ਚਿੰਤਾਵਾਂ ਨੇ ਜਿਹੜੀਆਂ ਕਿ ਮਨ ਘੜਤ ਹੁੰਦੀਆਂ ਨੇ। ਬਿਨਾਂ ਕਿਸੇ ਕਾਰਨ ਅਸੀਂ ਚਿੰਤਾ ਵਿੱਚ ਰਹਿਣਾ ਆਪਣਾ ਸੁਭਾਅ ਬਣਾ ਲੈਂਦੇ ਹਾਂ। ਕਈ ਵਾਰੀ ਕੀ ਹੁੰਦਾ ਹੈ ਕਿ ਸਾਡਾ ਕਿਸੇ ਨਾਲ ਮਨ ਮੁਟਾਵ ਹੋ ਜਾਂਦਾ ਹੈ। ਜ਼ਿੰਦਗੀ ਹੈ, ਸਭ ਕੁਝ ਚੱਲਦਾ ਰਹਿੰਦਾ ਹੈ, ਪਰ ਉਹ ਮਨ ਮੁਟਾਵ ਕਈ ਵਾਰੀ ਅਸੀਂ ਬਿਨਾਂ ਕਿਸੇ ਕਾਰਨ ਤੋਂ ਬਹੁਤ ਵਧਾ ਲੈਂਦੇ ਹਾਂ। ਅਸੀਂ ਉਸ ਵਿਅਕਤੀ ਨਾਲ ਗੱਲ ਨਹੀਂ ਕਰਦੇ। ਦਿਨ ਗੁਜ਼ਰ ਜਾਂਦੇ ਨੇ, ਮਹੀਨੇ ਗੁਜ਼ਰ ਜਾਂਦੇ ਨੇ, ਸਾਲ ਗੁਜ਼ਰ ਜਾਂਦੇ ਨੇ ਤੇ ਉਹ ਰਿਸ਼ਤਾ ਹਮੇਸ਼ਾ ਲਈ ਟੁੱਟ ਜਾਂਦਾ ਹੈ। ਕਿਸ ਕਰਕੇ? ਕਲਪਨਾਵਾਂ ਦੇ ਕਰਕੇ। ਤੁਸੀਂ ਉਸ ਬਾਰੇ ਬਹੁਤ ਗਲਤ ਕੁਝ ਸੋਚਦੇ ਰਹਿੰਦੇ ਹੋ, ਕਹਾਣੀਆਂ ਬੁਣਦੇ ਰਹਿੰਦੇ ਹੋ ਤੇ ਉਹਦਾ ਨਤੀਜਾ ਇਹ ਹੁੰਦਾ ਹੈ ਕਿ ਤੁਸੀਂ ਇੰਨੇ ਲੰਬੇ ਸਮੇਂ ਤੱਕ ਮਾਨਸਿਕ ਤਣਾਅ ਦਾ ਸ਼ਿਕਾਰ ਰਹਿੰਦੇ ਹੋ। ਤਾਂ ਬੱਚਿਓ, ਕੀ ਕਰਨਾ ਚਾਹੀਦਾ ਹੈ? ਜੇ ਕਿਸੇ ਨਾਲ ਮਨਮੁਟਾਵ ਹੋ ਵੀ ਜਾਂਦਾ ਹੈ ਤਾਂ ਉਸੇ ਸਮੇਂ ਉਸ ਮਸਲੇ ਨੂੰ ਹੱਲ ਕਰ ਲੈਣਾ ਚਾਹੀਦਾ ਹੈ। 30% ਚਿੰਤਾਵਾਂ ਬੱਚਿਓ ਉਹ ਨੇ ਜਿਹੜੀਆਂ ਅਸੀਂ ਭੂਤਕਾਲ ਦੇ ਵਿੱਚ ਲਏ ਗਏ ਫੈਸਲੇ ਜਾਂ ਗਲਤੀਆਂ ਕਰਕੇ ਕਰਦੇ ਹਾਂ। ਚਿੰਤਾ ਨਹੀਂ ਕਰਨੀ ਚਾਹੀਦੀ ਬੱਚਿਓ, ਚਿੰਤਨ ਕਰਨਾ ਚਾਹੀਦਾ ਹੈ। ਚਿੰਤਾ ਤੁਹਾਨੂੰ ਮਾਨਸਿਕ ਤਣਾਅ ਦਾ ਸ਼ਿਕਾਰ ਬਣਾ ਦਿੰਦੀ ਹੈ। ਚਿੰਤਨ ਦਾ ਅਰਥ ਹੁੰਦਾ ਹੈ ਕੀਤੇ ਗਏ ਫੈਸਲੇ ਦੇ ਉੱਤੇ ਵਿਚਾਰ ਕਰਨਾ ਤਾਂ ਕਿ ਉਹ ਦੁਬਾਰਾ ਨਾ ਹੋ ਸਕੇ। 12% ਚਿੰਤਾਵਾਂ ਉਹ ਹਨ ਜੋ ਨਿੰਦਿਆ ਕਾਰਨ ਹੁੰਦੀਆਂ ਨੇ। ਈਰਖਾਵਸ ਕੀਤੀ ਗਈ ਨਿੰਦਾ ਜਾਂ ਕੁਬੋਲ ਜਿਸ ਵਿੱਚ ਕੋਈ ਸੱਚਾਈ ਹੀ ਨਹੀਂ ਹੁੰਦੀ। ਬੱਚਿਓ, ਕਈ ਵਾਰ ਸਾਨੂੰ ਕਿਸੇ ਤੋਂ ਈਰਖਾ ਹੋ ਜਾਂਦੀ ਹੈ। ਅਸੀਂ ਕੁਝ ਕਾਰਨਾਂ ਕਰਕੇ ਉਸ ਨੂੰ ਨਫ਼ਰਤ ਕਰਨੀ ਸ਼ੁਰੂ ਕਰ ਦਿੰਦੇ ਹਾਂ ਅਤੇ ਫਿਰ ਅਸੀਂ ਹਰ ਵਿਅਕਤੀ ਕੋਲੇ ਜਾ ਕੇ ਉਸ ਨੂੰ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੰਦੇ ਹਾਂ। ਇਹ ਤੁਹਾਡੇ ਮਾਨਸਿਕ ਤਣਾਅ ਦਾ ਬਹੁਤ ਵੱਡਾ ਕਾਰਨ ਹੈ, ਕਿਉਂਕਿ ਜਿਸ ਵਿਅਕਤੀ ਦੀ ਤੁਸੀਂ ਨਿੰਦਿਆ ਕਰ ਰਹੇ ਹੋ, ਜਿਸ ਵਿਅਕਤੀ ਨੂੰ ਬੁਰਾ ਭਲਾ ਬੋਲ ਰਹੇ ਹੋ, ਉਸ ਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ। ਸੋ ਤੁਸੀਂ ਖੁਦ ਮਾਨਸਿਕ ਤਣਾਅ ਦਾ ਸ਼ਿਕਾਰ ਬਣ ਰਹੇ ਹੋ। ਬੱਚਿਓ, 10% ਚਿੰਤਾਵਾਂ ਅਜਿਹੀਆਂ ਨੇ ਜਿਹੜੀਆਂ ਸਿਹਤ ਸੰਬੰਧੀ ਹੁੰਦੀਆਂ ਨੇ। ਸਿਹਤ ਤੇ ਸਰੀਰਕ ਦੁੱਖਾਂ ਦੀ ਕਹਾਣੀ ਦੁਹਰਾਏ ਜਾਣ ਤੋਂ ਪੈਦਾ ਹੋਈ ਚਿੰਤਾ ਇਸ ਖੇਤਰ ਦੇ ਵਿੱਚ ਆਉਂਦੀ ਹੈ। ਬੱਚਿਓ, ਜ਼ਿੰਦਗੀ ਬਹੁਤ ਤੇਜ਼ ਹੋ ਗਈ ਹੈ। ਇਸ ਤੇਜ਼ ਰਫ਼ਤਾਰ ਜ਼ਿੰਦਗੀ ਦੇ ਵਿੱਚ ਅਸੀਂ ਭੱਜੇ ਜਾ ਰਹੇ ਹਾਂ ਤੇ ਸਾਨੂੰ ਕੋਈ ਨਾ ਕੋਈ ਬਿਮਾਰੀ ਆ ਕੇ ਘੇਰ ਹੀ ਲੈਂਦੀ ਹੈ। ਪਰ ਦੁੱਖ ਉਦੋਂ ਹੁੰਦਾ ਹੈ ਜਦੋਂ ਅਸੀਂ ਆਪਣੀ ਕੋਈ ਸਰੀਰਕ ਬਿਮਾਰੀ ਨੂੰ ਬਾਰ-ਬਾਰ ਦੁਹਰਾਉਂਦੇ ਰਹਿੰਦੇ ਹਾਂ। ਕਈ ਵਾਰ ਉਹ ਬਿਮਾਰੀ ਇੰਨੀ ਭਿਆਨਕ ਨਹੀਂ ਹੁੰਦੀ ਜਿੰਨਾ ਭਿਆਨਕ ਉਸ ਦੇ ਲਈ ਹੋਇਆ ਮਾਨਸਿਕ ਤਣਾਅ ਹੁੰਦਾ ਹੈ। ਤਾਂ ਸਾਨੂੰ ਜੇਕਰ ਕੋਈ ਸਰੀਰਕ ਬਿਮਾਰੀ ਹੋ ਵੀ ਜਾਂਦੀ ਹੈ ਤਾਂ ਉਸ ਦਾ ਇਲਾਜ ਲੱਭਣਾ ਚਾਹੀਦਾ ਹੈ ਤੇ ਜੇ ਤੁਸੀਂ ਉਸ ਦਾ ਇਲਾਜ ਕਰਵਾ ਰਹੇ ਹੋ ਤਾਂ ਮਾਨਸਿਕ ਤਣਾਅ ਕਿਸ ਗੱਲ ਦਾ? ਤਾਂ ਇਸ ਮਾਨਸਿਕ ਤਣਾਅ ਤੋਂ ਬਚੋ। 8% ਚਿੰਤਾਵਾਂ ਉਹ ਹਨ ਜੋ ਕਿ ਸਾਰਥਕ ਚਿੰਤਾਵਾਂ ਹਨ। ਇਹ ਉਹ ਚਿੰਤਾਵਾਂ ਹਨ ਜੋ ਕਰਨੀਆਂ ਬਣਦੀਆਂ ਹਨ, ਪਰ ਉਹਨਾਂ ਨੂੰ ਵੀ ਦੁਹਰਾਉਣਾ ਨਹੀਂ ਚਾਹੀਦਾ। ਸਾਰਥਕ ਚਿੰਤਾ ਵਧੀਆ ਚਿੰਤਾ ਹੁੰਦੀ ਹੈ। ਉਦਾਹਰਨ ਦੇ ਤੌਰ ਤੇ ਤੁਹਾਨੂੰ ਵੱਖ-ਵੱਖ ਵਿਸ਼ਿਆਂ ਦਾ ਕੰਮ ਮਿਲਦਾ ਹੈ। ਤੁਹਾਡਾ ਇੱਕ ਵਿਸ਼ੇ ਦਾ ਕੰਮ ਕਰਨਾ ਰਹਿੰਦਾ ਹੈ। ਤੁਹਾਡੇ ਜ਼ਿਹਨ ਦੇ ਵਿੱਚ, ਦਿਮਾਗ ਦੇ ਵਿੱਚ ਇਹ ਚੀਜ਼ ਹੈ ਕਿ ਤੁਸੀਂ ਇੱਕ ਵਿਸ਼ੇ ਦਾ ਕੰਮ ਨਹੀਂ ਕੀਤਾ। ਇਹ ਤੁਹਾਡੀ ਸਾਰਥਕ ਚਿੰਤਾ ਹੈ।
ਕਿਉਂਕਿ ਤੁਸੀਂ ਆਪਣੇ ਕੰਮ ਨੂੰ ਕਰਨ ਲਈ ਸਤਰਕ ਹੋ, ਜਾਗਰੂਕ ਹੋ, ਪਰ ਉਸ ਨੂੰ ਬਾਰ-ਬਾਰ ਦੁਹਰਾਓ ਨਹੀਂ ਕਿ ਤੁਸੀਂ ਇੱਕ ਵਿਸ਼ੇ ਦਾ ਕੰਮ ਨਹੀਂ ਕੀਤਾ, ਇੱਕ ਵਿਸ਼ੇ ਦਾ ਕੰਮ ਨਹੀਂ ਕੀਤਾ। ਇਹ ਮਾਨਸਿਕ ਤਣਾਅ ਨੂੰ ਜਨਮ ਦੇ ਦੇਵੇਗੀ। ਜਦੋਂ ਤੁਹਾਨੂੰ ਇਹ ਚੀਜ਼ ਯਾਦ ਆ ਗਈ ਤਾਂ ਉਸੇ ਵਕਤ ਉਸ ਕੰਮ ਨੂੰ ਕਰ ਲਵੋ। ਉਪਰੋਕਤ ਅਨੁਸਾਰ ਇਹਨਾਂ ਚਿੰਤਾਵਾਂ ਦਾ ਕੋਈ ਆਧਾਰ ਨਹੀਂ, ਕੇਵਲ ਸਮੇਂ, ਊਰਜਾ ਅਤੇ ਸਿਹਤ ਦੀ ਬਰਬਾਦੀ ਹੈ। ਇਹਨਾਂ ਨੂੰ ਆਪਣੇ ਮਨ ਦੀ ਦ੍ਰਿੜਤਾ ਨਾਲ ਆਪਣੇ ਸੁਭਾਅ ਵਿੱਚੋਂ ਕੱਢਣਾ ਚਾਹੀਦਾ ਹੈ। ਜ਼ਿੰਦਗੀ ਵਿੱਚ ਜੇ ਚਿੰਤਾ ਤੋਂ ਮੁਕਤ ਹੋਣਾ ਸਿੱਖ ਲਿਆ ਤਾਂ ਸਮਝੋ ਕਿ ਗੁੱਸੇ ਨੂੰ ਦੂਰ ਕਰਨ ਦਾ ਢੰਗ ਵੀ ਸਿੱਖ ਲਿਆ। ਪਿਆਰੇ ਬੱਚਿਓ, ਹੁਣ ਆਪਾਂ ਇਸ ਪਾਠ ਦੀ ਪਹਿਲੀ ਕਿਰਿਆ ਕਰਨ ਜਾ ਰਹੇ ਹਾਂ। ਹੁਣ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਵਾਂਗੀ ਤੇ ਤੁਸੀਂ ਸਾਰਿਆਂ ਨੇ ਉਸ ਕਹਾਣੀ ਨੂੰ ਬੜੇ ਧਿਆਨ ਨਾਲ ਸੁਣਨਾ ਹੈ, ਕਿਉਂਕਿ ਇਸ ਤੋਂ ਮਗਰੋਂ ਮੈਂ ਤੁਹਾਨੂੰ ਪ੍ਰਸ਼ਨ ਪੁੱਛਣੇ ਨੇ। ਇੱਕ ਵਿਦਿਆਰਥੀ ਜਿਸ ਦਾ ਨਾਮ ਪ੍ਰਵੀਨ ਕੁਮਾਰ ਹੈ 12ਵੀਂ ਸ਼੍ਰੇਣੀ ਵਿੱਚ ਪੜ੍ਹਦਾ ਹੈ। ਪੇਪਰ ਦੇਣ ਤੋਂ ਮਗਰੋਂ ਛੁੱਟੀਆਂ ਹੋ ਜਾਂਦੀਆਂ ਨੇ ਤਾਂ ਉਹ ਸੋਚਦਾ ਹੈ ਕਿ ਕਿਉਂ ਨਾ ਇਸ ਛੁੱਟੀਆਂ ਦਾ ਵਧੀਆ ਇਸਤੇਮਾਲ ਕੀਤਾ ਜਾਵੇ, ਇਹਨਾਂ ਦੀ ਸਹੀ ਵਰਤੋਂ ਕੀਤੀ ਜਾਵੇ। ਸੋ ਉਹ ਇਸ ਚੀਜ਼ ਦਾ ਫੈਸਲਾ ਕਰਦਾ ਹੈ ਕਿ ਉਹ ਇਸ ਸਮੇਂ ਦੇ ਦੌਰਾਨ ਨੌਕਰੀ ਕਰੇਗਾ। ਘਰੋਂ ਗਰੀਬੀ ਹੋਣ ਕਰਕੇ ਇੱਕ ਤਾਂ ਉਸਨੂੰ ਪੈਸੇ ਮਿਲ ਜਾਣਗੇ, ਦੂਸਰਾ ਉਹ ਉਸਦੇ ਕੰਮ ਦੇ ਵਿੱਚ ਨਿਪੁੰਨਤਾ ਵੀ ਹੋ ਜਾਏਗੀ। ਸੋ ਇਸ ਲਈ ਉਹ ਸ਼ਹਿਰ ਦੇ ਵਿੱਚ ਇੰਟਰਵਿਊ ਦੇਣ ਲਈ ਚਲਾ ਜਾਂਦਾ ਹੈ। ਜਦੋਂ ਉਹ ਉਡੀਕ ਕਮਰੇ ਦੇ ਵਿੱਚ ਜਾਂਦਾ ਹੈ ਤਾਂ ਵੇਖਦਾ ਹੈ ਕਿ ਪਹਿਲਾਂ ਹੀ ਬਹੁਤ ਸਾਰੇ ਮੁੰਡੇ ਕੁੜੀਆਂ ਇੰਟਰਵਿਊ ਦੇਣ ਲਈ ਉੱਥੇ ਬੈਠੇ ਨੇ, ਪਰ ਉਹ ਬਿਲਕੁਲ ਹੌਸਲਾ ਨਹੀਂ ਹਾਰਦਾ। ਸ਼ਾਂਤ ਚਿੱਤ, ਬਿਨਾਂ ਕਿਸੇ ਮਾਨਸਿਕ ਤਣਾਅ ਦੇ ਰਿਸੈਪਸ਼ਨਿਸਟ, ਜਿਹਨੂੰ ਆਪਾਂ ਸਵਾਗਤ ਕਰਤਾ ਕਹਿੰਦੇ ਆ, ਉਸ ਦੇ ਕੋਲ ਚਲਾ ਜਾਂਦਾ ਹੈ। ਨਮਸਕਾਰ ਜੀ। यस ਕਿਰਪਾ ਕਰਕੇ ਮੈਨੂੰ ਇੱਕ ਪੇਪਰ ਸਲਿੱਪ ਦਿਓਗੇ? जी क्यों नहीं, आ लो। ਕਿਰਪਾ ਕਰਕੇ ਮੇਰੀ ਸਲਿੱਪ ਅੰਦਰ ਬੈਠੇ ਮੈਨੇਜਰ ਸਾਹਿਬ ਨੂੰ ਦੇ ਦਿਓਗੇ? जी क्यों नहीं। ਸ਼ੁਕਰੀਆ। हाँ जी सर एक कैंਡੀਡੇਟ ਨੇ ਤੁਹਾਡੇ ਲਈ ਸਲਿੱਪ ਭੇਜੀ ਹੈ। जो इस कैंडिडेट ਨੂੰ ਹੁਣੇ ਅੰਦਰ ਬੁਲਾਓ। जी सर। ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਪ੍ਰਵੀਨ ਨੇ ਸਲਿੱਪ ਤੇ ਅਜਿਹਾ ਕੀ ਲਿਖਿਆ ਕਿ ਮੈਨੇਜਰ ਨੇ ਉਸੇ ਨੂੰ ਨੌਕਰੀ ਦੇਣ ਲਈ ਚੁਣਿਆ? ਸੋਚੋ। ਹਾਂਜੀ ਰਮਨਦੀਪ, ਤੁਸੀਂ ਦੱਸੋ ਤੁਹਾਨੂੰ ਕੀ ਲੱਗਦਾ ਹੈ ਕਿ ਉਸਨੇ ਪੇਪਰ ਸਲਿੱਪ ਤੇ ਕੀ ਲਿਖਿਆ ਹੋਵੇਗਾ? ਮੈਮ ਉਹਨੇ ਲਿਖਿਆ ਹੋਊਗਾ ਵੀ ਮੈਂ ਘਰੋਂ ਬਹੁਤ ਜ਼ਿਆਦਾ ਗਰੀਬ ਹਾਂ, ਇਸ ਕਰਕੇ ਮੈਨੂੰ ਨੌਕਰੀ ਦੇ ਦਿੱਤੀ ਜਾਵੇ। ਹਾਂਜੀ ਜਗਸੀਰ, ਹੁਣ ਤੁਸੀਂ ਦੱਸੋ ਤੁਹਾਨੂੰ ਕੀ ਲੱਗਦਾ ਹੈ ਕਿ ਉਸਨੇ ਕੀ ਲਿਖਿਆ ਹੋਵੇਗਾ? ਮੈਮ ਮੈਨੂੰ ਲੱਗਦਾ ਉਸਨੇ ਲਿਖਿਆ ਹੋ ਕਿ ਮੈਂ ਬਹੁਤ ਮਿਹਨਤੀ ਹਾਂ, ਇਸ ਕਰਕੇ ਮੈਨੂੰ ਨੌਕਰੀ ਦਿੱਤੀ ਜਾਵੇ। ਹਾਂਜੀ ਰਾਜਵਿੰਦਰ, ਹੁਣ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ? ਮੈਮ ਪ੍ਰਵੀਨ ਨੇ ਲਿਖਿਆ ਹੋਊਗਾ ਕਿ ਮੈਂ ਹੀ ਇਸ ਨੌਕਰੀ ਦੇ ਕਾਬਿਲ ਹਾਂ। ਸ਼ਾਬਾਸ਼ ਬੱਚਿਓ, ਤੁਸੀਂ ਬਹੁਤ ਵਧੀਆ ਉੱਤਰ ਦਿੱਤੇ। ਪਰ ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਉਸਨੇ ਪੇਪਰ ਸਲਿੱਪ ਤੇ ਕੀ ਲਿਖਿਆ ਸੀ। ਉਸਨੇ ਲਿਖਿਆ ਸੀ, ਜਦੋਂ ਤੱਕ ਮੇਰਾ ਨੰਬਰ ਨਹੀਂ ਆ ਜਾਂਦਾ, ਕਿਰਪਾ ਕਰਕੇ ਉਦੋਂ ਤੱਕ ਕੋਈ ਫੈਸਲਾ ਨਾ ਲਿਆ ਜਾਵੇ। ਤਾਂ ਬੱਚਿਓ, ਇਹ ਸਤਰਾਂ ਪ੍ਰਵੀਨ ਦੇ ਆਤਮ ਵਿਸ਼ਵਾਸ ਨੂੰ ਦਰਸਾ ਰਹੀਆਂ ਨੇ। ਇੱਕ ਅਜਿਹਾ ਆਤਮ ਵਿਸ਼ਵਾਸ ਜੋ ਉਸਦੇ ਅੰਦਰ ਮੌਜੂਦ ਸੀ ਤੇ ਜਿਸ ਦੇ ਆਧਾਰ ਤੇ ਉਸਨੇ ਇਹ ਨੌਕਰੀ ਪ੍ਰਾਪਤ ਕੀਤੀ। ਇੰਨੇ ਮੁੰਡੇ ਕੁੜੀਆਂ ਨੂੰ ਇੰਟਰਵਿਊ ਦੇਣ ਆਇਆ ਦੇਖ ਕੇ ਵੀ ਉਸਦਾ ਮਨ ਬਿਲਕੁਲ ਨਹੀਂ ਡੋਲਿਆ, ਨਾ ਹੀ ਉਸਨੂੰ ਕਿਸੇ ਪ੍ਰਕਾਰ ਦਾ ਕੋਈ ਮਾਨਸਿਕ ਤਣਾਅ ਹੋਇਆ, ਬਲਕਿ ਉਸਨੇ ਆਤਮ ਵਿਸ਼ਵਾਸ ਦੇ ਨਾਲ ਇਹ ਇੰਟਰਵਿਊ ਦੇਣ ਦਾ ਫੈਸਲਾ ਲਿਆ। ਵਾਹ, ਕਮਾਲ ਦਾ ਉਤਸ਼ਾਹ ਤੇ ਆਤਮ ਵਿਸ਼ਵਾਸ ਭਰਿਆ ਹੋਇਆ ਉਸ ਨੌਜਵਾਨ ਵਿੱਚ। ਉਸ ਦੀ ਸੋਚ ਨੂੰ ਸਲਾਮ ਹੈ। ਉਹ ਮੰਨਦਾ ਹੈ ਕਿ ਕੇਵਲ ਉਹੀ ਇਸ ਅਹੁਦੇ ਲਈ ਯੋਗ ਉਮੀਦਵਾਰ ਹੈ ਤੇ ਸੁਨੇਹਾ ਦੇਣਾ ਚਾਹੁੰਦਾ ਹੈ ਕਿ ਉਹਦੀ ਇੰਟਰਵਿਊ ਲੈਣ ਤੋਂ ਪਹਿਲਾਂ
ਕਿਸੇ ਫੈਸਲੇ ਤੱਕ ਨਾ ਪਹੁੰਚਿਆ ਜਾਵੇ। ਗ੍ਰੇਟ। ਆਓ ਬੱਚਿਓ, ਹੁਣ ਅਸੀਂ ਦੂਸਰੀ ਕਿਰਿਆ ਵੱਲ ਵਧਦੇ ਹਾਂ ਤੇ ਪ੍ਰਵੀਨ ਦੀ ਕਹਾਣੀ ਜਾਣਨ ਤੋਂ ਬਾਅਦ 3 ਪੱਖਾਂ ਤੋਂ ਇਸ ਦੇ ਸਿੱਟੇ ਕੱਢਦੇ ਹਾਂ। ਪਹਿਲਾ, ਪ੍ਰੇਰਨਾ, ਉਮੰਗ ਅਤੇ ਉਤਸ਼ਾਹ ਇਹ ਮਨ ਦੀਆਂ ਅੰਦਰੂਨੀ ਸਥਿਤੀਆਂ ਹਨ ਜਿਨ੍ਹਾਂ ਦਾ ਬਾਹਰੀ ਪ੍ਰਸਥਿਤੀਆਂ, ਬਾਹਰੀ ਵਿਅਕਤੀਆਂ ਅਤੇ ਬਾਹਰੀ ਵਸਤਾਂ ਨਾਲ ਇਹੋ ਜਿਹਾ ਸੰਬੰਧ ਨਹੀਂ ਹੁੰਦਾ ਕਿ ਉਹ ਹੀ ਸਾਡੀ ਪ੍ਰੇਰਨਾ ਸ਼ਕਤੀ ਨੂੰ ਨਕਾਰਾਤਮਕ ਬਣਾ ਕੇ ਤਣਾਅ ਪੈਦਾ ਕਰਨ। ਦੂਸਰਾ, ਉਹ ਵਿਦਿਆਰਥੀ ਹੋਟਲ ਪਹੁੰਚਦਿਆਂ ਹੀ ਪਹਿਲਾਂ ਬੈਠੇ ਨੌਜਵਾਨਾਂ ਤੇ ਮੁਟਿਆਰਾਂ ਨੂੰ ਵੇਖ ਕੇ ਡੋਲਿਆ ਨਹੀਂ। ਉਸਨੇ ਇਹ ਨਹੀਂ ਸੋਚਿਆ ਕਿ ਉਹ ਉਹਨਾਂ ਨੌਜਵਾਨਾਂ ਤੇ ਮੁਟਿਆਰਾਂ ਤੋਂ ਬਿਹਤਰ ਨਹੀਂ ਹੈ, ਸਗੋਂ ਉਸਨੇ ਉਤਸ਼ਾਹ ਦਾ ਮੁਜ਼ਾਹਰਾ ਕਰਦੇ ਹੋਏ ਇੰਟਰਵਿਊ ਲੈਣ ਵਾਲੇ ਅਧਿਕਾਰੀ ਤੱਕ ਆਪਣੀ ਸਾਰਥਕ ਸੋਚ ਪ੍ਰਗਟਾਈ। ਤੀਸਰਾ, ਇਸ ਕਹਾਣੀ ਤੋਂ ਇਸ ਪ੍ਰਣ ਤੱਕ ਪੁੱਜਿਆ ਜਾ ਸਕਦਾ ਹੈ ਕਿ ਪਰਿਸਥਿਤੀਆਂ ਭਾਵੇਂ ਕਿੰਨੀਆਂ ਵੀ ਗੰਭੀਰ ਹੋਣ ਅਤੇ ਰਾਹ ਕਿੰਨੇ ਵੀ ਮੁਸ਼ਕਿਲ ਹੋਣ, ਜੇ ਸਾਡੇ ਮਨ ਦੀ ਸਥਿਤੀ ਅਡੋਲ, ਉਤਸ਼ਾਹ ਭਰਪੂਰ ਅਤੇ ਆਤਮ ਵਿਸ਼ਵਾਸੀ ਹੈ ਤਾਂ ਅਸੀਂ ਚਿੰਤਾ ਤੋਂ ਮੁਕਤ ਰਹਿ ਸਕਾਂਗੇ। ਪਿਆਰੇ ਬੱਚਿਓ, ਹੁਣ ਆਪਾਂ ਅਗਲੀ ਕਿਰਿਆ ਕਰਦੇ ਹਾਂ। ਜਿਵੇਂ ਕਿ ਤੁਸੀਂ ਸਾਰੇ ਵੇਖ ਸਕਦੇ ਹੋ ਕਿ ਮੇਰੇ ਹੱਥ ਦੇ ਵਿੱਚ ਇੱਕ ਆਲੂ ਹੈ ਤੇ ਇੱਕ ਸਟ੍ਰॉ ਹੈ। ਹੁਣ ਇਹ ਕਿਰਿਆ ਕੀ ਹੈ ਕਿ ਤੁਹਾਡੇ ਵਿੱਚੋਂ ਕੋਈ ਵਿਦਿਆਰਥੀ ਆਏਗਾ ਤੇ ਇੱਕੋ ਝਟਕੇ ਦੇ ਵਿੱਚ ਉਸਨੇ ਇਸ ਸਟ੍ਰॉ ਨੂੰ ਇਸ ਆਲੂ ਦੇ ਵਿੱਚੋਂ ਦੀ ਆਰ-ਪਾਰ ਕਰਨਾ ਹੈ। ਹੁਣ ਮੈਨੂੰ ਇਹ ਦੱਸੋ ਕਿ ਕਿਹੜਾ ਵਿਦਿਆਰਥੀ ਇਸ ਕਿਰਿਆ ਨੂੰ ਕਰੇਗਾ? ਹੱਥ ਖੜਾ ਕਰੋ। ਕੀ ਗੱਲ ਗੁਰਪ੍ਰੀਤ, ਤੁਸੀਂ ਹੱਥ ਨਹੀਂ ਖੜਾ ਕੀਤਾ? ਚਲੋ ਕੋਈ ਗੱਲ ਨਹੀਂ, ਆਪਾਂ ਇਹ ਕਿਰਿਆ ਕਰਾਂਗੇ। ਆਓ ਇਹ ਕਿਰਿਆ ਤੁਸੀਂ ਕਰੋਗੇ ਪੁੱਤਰ। ਸ਼ਾਬਾਸ਼, ਆਜੋ। ਇਹ ਆਲੂ ਹੈ ਤੇ ਇਹ ਸਟ੍ਰॉ ਹੈ। ਤੁਸੀਂ ਇੱਕੋ ਝਟਕੇ ਦੇ ਵਿੱਚ ਇਸ ਸਟ੍ਰॉ ਨੂੰ ਆਲੂ ਦੇ ਆਰ-ਪਾਰ ਕਰਨਾ ਹੈ। ਕਿਉਂ ਬੱਚਿਓ, ਤੁਹਾਨੂੰ ਕੀ ਲੱਗਦਾ ਹੈ ਗੁਰਪ੍ਰੀਤ ਇੱਕੋ ਝਟਕੇ ਦੇ ਵਿੱਚ ਇਸ ਸਟ੍ਰॉ ਨੂੰ ਆਲੂ ਦੇ ਆਰ-ਪਾਰ ਕਰ ਸਕੇਗਾ? ਮੈਮ ਸ਼ਾਇਦ ਇਹ ਨਹੀਂ ਕਰ ਪਾਊਗਾ ਕਿਉਂਕਿ ਆਲੂ ਬਹੁਤ ਜ਼ਿਆਦਾ ਸਖਤ ਹੈ ਜੀ। ਮੈਮ ਮੈਨੂੰ ਲੱਗਦਾ ਜੇਕਰ ਇਹ ਜ਼ੋਰ ਨਾਲ ਕਰੇ ਤਾਂ ਕਰ ਸਕਦਾ ਹੈ। ਮੈਮ ਇੱਕ ਝਟਕੇ ਨਾਲ ਤਾਂ ਨਹੀਂ, ਪਰ ਵਾਰ-ਵਾਰ ਕਰਨ ਨਾਲ ਹੋ ਸਕਦਾ ਹੈ। ਗੁਰਪ੍ਰੀਤ, ਕੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਸ ਸਟ੍ਰॉ ਨੂੰ ਇੱਕੋ ਝਟਕੇ ਦੇ ਵਿੱਚ ਇਸ ਆਲੂ ਦੇ ਆਰ-ਪਾਰ ਲਗਾ ਦਿਓਗੇ? ਜੀ ਮੈਡਮ, ਮੈਂ ਕੋਸ਼ਿਸ਼ ਕਰਾਂਗਾ। ਸ਼ਾਬਾਸ਼, ਆ ਪਕੜੋ। 1 2 3 ਸ਼ੁਰੂ ਕਰੋ। ਮੈਡਮ ਮੈਂ ਇਹ ਨਹੀਂ ਕਰ ਸਕਦਾ। ਕਿਉਂ ਨਹੀਂ ਕਰ ਸਕਦੇ ਗੁਰਪ੍ਰੀਤ? ਅਸੀਂ ਸਭ ਕੁਝ ਕਰ ਸਕਦੇ ਹਾਂ। ਇਨਸਾਨ ਸਭ ਕੁਝ ਕਰ ਸਕਦਾ ਹੈ। ਦੁਬਾਰਾ ਕੋਸ਼ਿਸ਼ ਕਰੋ। ਕਰੋ। ਸ਼ਾਬਾਸ਼। ਬੱਚਿਓ, ਗੱਲ ਤਾਂ ਸਾਰੀ ਸਾਰਥਕ ਸੋਚ ਦੀ ਹੈ। ਕਿਸੇ ਕਵੀ ਨੇ ਖੂਬ ਆਖਿਆ ਹੈ ਕਿ ਤੇਰੇ ਮਨ ਵਿੱਚ ਰੌਸ਼ਨ ਸੂਰਜ, ਚੰਦਰਮਾ ਤੇ ਤਾਰੇ, ਕਦਮਾਂ ਵਿੱਚ ਮੰਜ਼ਲਾਂ ਤੇਰੇ, ਸਮਝ ਲਵੇਂ ਜੇ ਪਿਆਰੇ, ਸਿਦਕ, ਲਗਨ ਤੇ ਤਕੜੇ ਖੰਭੀ, ਉੱਡਣਾ ਉੱਚ ਅਸਮਾਨੀ, ਥਲ ਸਾਗਰ ਵੀ ਰੋਕ ਸਕਣ ਨਾ ਤੇਰੀ ਸਹਿਜ ਰਵਾਨੀ। ਆਓ ਹੁਣ ਜਾਣਦੇ ਹਾਂ ਕਿ ਗੁਰਪ੍ਰੀਤ ਇਸ ਕਿਰਿਆ ਨੂੰ ਕਰਨ ਵਿੱਚ ਸਫਲ ਕਿਵੇਂ ਹੋਇਆ ਤੇ ਇਸ ਕਿਰਿਆ ਦੇ ਮਹੱਤਵਪੂਰਨ ਪੜਾਅ ਕਿਹੜੇ ਨੇ। ਪਹਿਲਾ, ਖੇਡ ਕੁੱਦ ਕਿਰਿਆ ਯਾਨੀ ਫਨ। ਇਹ ਇੱਕ ਖੇਡ ਕੁੱਦ ਕਿਰਿਆ ਕੀਤੀ ਗਈ ਹੈ। ਇਹ ਸੱਚ ਹੈ ਕਿ ਕਿਸੇ ਕਾਰਜ ਨੂੰ ਕਰਨ ਦੇ ਆਰੰਭ ਵਿੱਚ ਜੇ ਤਣਾਅ ਜਾਂ ਚਿੰਤਾ ਹੋਵੇ ਵੀ ਤਾਂ ਮਨ ਦੀ ਮਜ਼ਬੂਤ ਸ਼ਕਤੀ, ਸਬਰ ਅਤੇ ਹਿੰਮਤ ਨਾਲ ਕਾਰਜ ਮੁਕੰਮਲ ਕੀਤਾ ਜਾ ਸਕਦਾ ਹੈ। ਦੂਸਰਾ, ਪ੍ਰਕਿਰਿਆ ਯਾਨੀ ਕਿ ਪ੍ਰੋਸੈਸ। ਵਿਦਿਆਰਥੀ ਨੇ ਇੱਕੋ ਝਟਕੇ ਨਾਲ ਸਖਤ ਸਟ੍ਰॉ ਨੂੰ ਆਲੂ ਵਿੱਚੋਂ ਲਗਾਉਣਾ ਚਾਹਿਆ ਪਰ ਉਹ ਅਸਫਲ ਹੋਇਆ। ਇਸ ਤੋਂ ਇਹ ਭਾਵ ਹੈ ਕਿ ਅਧਿਆਪਕਾਂ ਤੇ ਮਾਪਿਆਂ ਵੱਲੋਂ ਦਿੱਤੀਆਂ ਹੋਈਆਂ ਨਸੀਹਤਾਂ ਨੂੰ ਚੰਗੀ ਤਰ੍ਹਾਂ ਸਮਝਣ, ਸਿੱਖਣ ਅਤੇ ਮੰਨਣ ਤੋਂ ਬਿਨਾਂ ਸਹੀ ਨਤੀਜੇ ਨਹੀਂ ਪ੍ਰਾਪਤ ਕੀਤੇ ਜਾ ਸਕਦੇ।
तीसरा, प्रेरणा यानी मोटिवेशन। अध्यापिका ने यानी कि मैं आम तौर ते चुप रहण वाले विद्यार्थी नूं उस दे अंदरले सबर ते संतोख दे गुणां राहीं सहज नाल कारज करन दी प्रेरणा दित्ती। ठीक उसी तरह ਉਹਨਾਂ ਨੂੰ ਸਮਝ ਆ ਜਾਵੇਗੀ ਕਿ ਜ਼ਿੰਦਗੀ ਵਿੱਚ ਹੌਸਲਾ ਅਤੇ ਪ੍ਰੇਰਣਾ ਅਸੰਭਵ ਨੂੰ ਸੰਭਵ ਬਣਾ ਦਿੰਦੇ ਹਨ। ਚੌਥਾ, ਸਿੱਟਾ ਯਾਨੀ ਕਿ ਰਿਫਲੈਕਸ਼ਨ। ਸਾਨੂੰ ਇਸ ਕਿਰਿਆ ਵਿੱਚ ਸਪਸ਼ਟ ਹੋਇਆ ਹੈ ਕਿ ਪੂਰਨ ਤੌਰ ਤੇ ਚਿੰਤਾ ਮੁਕਤ ਹੋ ਕੇ ਸਬਰ, ਸੰਤੋਖ ਅਤੇ ਸਹਿਜ ਭਾਵ ਨਾਲ ਹਰ ਅਸੰਭਵ ਨੂੰ ਸੰਭਵ ਬਣਾ ਸਕਦੇ ਹਾਂ। ਇਸ ਲਈ ਕੋਈ ਵੀ ਕਾਰਜ, ਵਿਸ਼ਾ, ਕੋਰਸ ਜਾਂ ਨੌਕਰੀ ਆਦਿ ਕਰਨੇ ਔਖੇ ਨਹੀਂ ਹਨ, ਸਗੋਂ ਉਪਰੋਕਤ ਗੁਣਾਂ ਨਾਲ ਮੁਸ਼ਕਲ ਪਰਿਸਥਿਤੀਆਂ ਵਿੱਚੋਂ ਪਾਰ ਲੰਘਿਆ ਜਾ ਸਕਦਾ ਹੈ। ਬੱਚਿਓ, ਆਓ ਹੁਣ ਕਰਦੇ ਹਾਂ ਉਹ ਪ੍ਰਸ਼ਨ ਜਿਨ੍ਹਾਂ ਦੇ ਉੱਤਰ ਤੁਸੀਂ ਖੁਦ ਲੱਭਣੇ ਨੇ ਤੇ ਇਹ ਪ੍ਰਸ਼ਨ ਤੁਹਾਨੂੰ ਆਤਮ ਪੜਚੋਲ ਕਰਨ ਦੀ ਪ੍ਰੇਰਣਾ ਦੇਣਗੇ। ਪ੍ਰਸ਼ਨ ਪਹਿਲਾ, ਉਪਰੋਕਤ ਕਿਰਿਆ ਵਰਗੀ ਕੋਈ ਹੋਰ ਅਜਿਹੀ ਕਿਰਿਆ ਵੀ ਲਿਖੋ ਜੋ ਅਸੰਭਵ ਨੂੰ ਸੰਭਵ ਕਰ ਵਿਖਾਉਣ ਵਿੱਚ ਸਹਾਈ ਹੋਈ ਹੋਵੇ। ਪ੍ਰਸ਼ਨ ਦੂਸਰਾ, ਕਿਸੇ ਇੱਕ ਅਜਿਹੇ ਕਾਰਜ ਬਾਰੇ ਲਿਖੋ ਜਿਸ ਦੌਰਾਨ ਚਿੰਤਾ ਅਤੇ ਤਣਾਅ ਦੇ ਬਾਵਜੂਦ ਤੁਸੀਂ ਸਵੈ ਵਿਸ਼ਵਾਸ ਨਾਲ ਉਸ ਦਾ ਹੱਲ ਕੱਢ ਸਕੇ ਹੋਵੋ। ਪ੍ਰਸ਼ਨ ਤੀਸਰਾ, ਉਪਰੋਕਤ ਰੋਲ ਪਲੇ ਵਿੱਚੋਂ ਤੁਹਾਨੂੰ ਕਿਹੜੀ ਨਵੀਂ ਜੀਵਨ ਜਾਂਚ ਪ੍ਰਤੱਖ ਹੋਈ ਹੈ, ਆਪਣੇ ਸ਼ਬਦਾਂ ਵਿੱਚ ਲਿਖੋ। ਬੱਚਿਓ, ਉਮੀਦ ਕਰਦੀ ਹਾਂ ਕਿ ਤੁਹਾਨੂੰ ਅੱਜ ਦਾ ਇਹ ਪ੍ਰੇਰਨਾਦਾਇਕ ਪਾਠ ਬਹੁਤ ਪਸੰਦ ਆਇਆ ਹੋਵੇਗਾ ਅਤੇ ਹੁਣ ਤੁਸੀਂ ਮਾਨਸਿਕ ਤਣਾਅ ਅਤੇ ਗੁੱਸੇ ਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਹਮੇਸ਼ਾ ਲਈ ਕੱਢ ਦੇਣਾ ਹੈ। ਜੇਕਰ ਇਹ ਚੀਜ਼ਾਂ ਤੁਹਾਡੇ ਜੀਵਨ 'ਚ ਰਹਿਣਗੀਆਂ ਤਾਂ ਤੁਸੀਂ ਆਪਣਾ ਸਭ ਤੋਂ ਉੱਤਮ ਪੇਸ਼ ਨਹੀਂ ਕਰ ਸਕੋਗੇ। ਇਸੇ ਦੇ ਨਾਲ ਮੈਨੂੰ ਦਿਓ ਇਜਾਜ਼ਤ। ਜਲਦੀ ਹੀ ਮਿਲਾਂਗੀ ਇੱਕ ਨਵੇਂ ਪਾਠ ਦੇ ਨਾਲ। ਤਦ ਤੱਕ ਲਈ ਨਮਸਕਾਰ।